ਬਾਜ਼ਾਰ ਤੋਂ ਜਦੋਂ ਸਬਜ਼ੀ ਥੋੜੀ ਕੁਆਂਟੀਟੀ ਦੇ ਵਿੱਚ ਲੈ ਕੇ ਆਉਂਦੀਆਂ ਨੇ ਤਾਂ ਇਹੀ ਡਰ ਰਹਿੰਦਾ ਕਿ ਉਹਨਾਂ ਨੂੰ ਫ੍ਰਿਜ 'ਚ ਰੱਖ ਦਈਏ, ਨਹੀਂ ਤਾਂ ਫ੍ਰਿਜ ਤੋਂ ਬਾਹਰ ਰੱਖਾਂਗੇ ਤਾਂ ਖਰਾਬ ਹੋ ਜਾਣਗੀਆਂ। ਪਰ ਹੁਣ ਸਬਜ਼ੀਆਂ 1 ਸਾਲ ਤੱਕ ਖਰਾਬ ਨਹੀਂ ਹੋ ਸਕਦੀਆਂ। ਤੁਸੀਂ ਘੱਟੋ ਘੱਟ 80% ਜਿਹੜੀ ਸਬਜ਼ੀਆਂ ਅਸੀਂ ਨਾਰਮਲ ਖਾਂਦੇ ਆ ਆਪਣੇ ਕਿਚਨ ਵਿੱਚ ਉਹਨਾਂ ਨੂੰ ਸੁਕਾ ਸਕਦੇ ਹੋ। ਤੁਸੀਂ ਗਾਜਰ ਸੁਕਾ ਸਕਦੇ ਹੋ, ਗੋਭੀ ਸੁਕਾ ਸਕਦੇ ਹੋ, ਮੇਥੀ ਸੁਕਾ ਸਕਦੇ ਹੋ, ਧਨੀਆ ਸੁਕਾ ਸਕਦੇ ਹੋ, ਸ਼ਿਮਲਾ ਮਿਰਚ ਵੀ ਸੁਕਾ ਸਕਦੇ ਹੋ, ਕਰੇਲਾ ਸੁਕਾ ਸਕਦੇ ਹੋ। ਬਥੇਰੀ ਸਬਜ਼ੀਆਂ ਨੇ ਜਿਨ੍ਹਾਂ ਨੂੰ ਤੁਸੀਂ ਸੀਜ਼ਨ ਵਿੱਚ ਸੁਕਾ ਕੇ ਆਫ ਸੀਜ਼ਨ ਵਿੱਚ ਯੂਜ਼ ਕਰ ਸਕਦੇ ਹੋ। ਜਿਵੇਂ ਤੁਸੀਂ ਦੇਖ ਰਹੇ ਹੋ ਸਾਡੇ ਸਾਹਮਣੇ ਕਰੇਲਾ ਹੈ, ਇਹਨੂੰ ਤਿਆਰ ਕਰਨ ਦੀ ਵਿਧੀ ਬਹੁਤ ਹੀ ਸਿੰਪਲ ਹੈ। ਇਹ ਜਿਹੜੀ ਸਬਜ਼ੀਆਂ ਨੇ ਇਹ ਆਫ ਸੀਜ਼ਨ ਵਾਸਤੇ ਨੇ, ਠੀਕ ਹੈ ਨਾ। ਹੁਣ ਕਰੇਲੇ ਦਾ ਜਦੋਂ ਮੌਸਮ ਆਏਗਾ ਅਸੀਂ 5 ਰੁਪਏ ਕਿਲੋ ਜਾਂ 10 ਰੁਪਏ ਕਿਲੋ ਲੈ ਕੇ ਇਹਨੂੰ ਸੁਕਾ ਲੈਣਾ। ਜਦੋਂ ਕਰੇਲਾ ਸਾਨੂੰ ਅਵੇਲੇਬਲ ਨਹੀਂ ਹੋਏਗਾ ਸਰਦੀਆਂ ਵਿੱਚ, ਉਦੋਂ ਤੁਸੀਂ ਰੇਟ ਦੇਖੋ ਕਰੇਲੇ ਦੇ ਕਿੰਨੇ ਜ਼ਿਆਦਾ ਹੋਣਗੇ, ਤੇ ਸੁੱਕੀ ਸਬਜ਼ੀ ਦਾ ਰੇਟ ਦੇਖਿਓ ਤੁਸੀਂ, ਤੇ ਉਦੋਂ ਅਸੀਂ ਇਹ ਯੂਜ਼ ਕਰ ਸਕਦੇ ਹਾਂ। ਖਬਰ ਔਰਤਾਂ ਦੇ ਨਾਲ ਜੁੜੀ ਹੈ, ਜਿਹੜੀਆਂ ਔਰਤਾਂ ਕਿਚਨ ਦੇ ਵਿੱਚ ਸਬਜ਼ੀਆਂ ਪਕਾਉਂਦੀਆਂ ਨੇ, ਔਰ ਇਹੀ ਡਰ ਰਹਿੰਦਾ ਕਿ ਬਾਜ਼ਾਰ ਤੋਂ ਜਦੋਂ ਸਬਜ਼ੀ ਥੋੜੀ ਕੁਆਂਟੀਟੀ ਦੇ ਵਿੱਚ ਲੈ ਕੇ ਆਉਂਦੀਆਂ ਨੇ ਤਾਂ ਇਹੀ ਡਰ ਰਹਿੰਦਾ ਕਿ ਉਹਨਾਂ ਨੂੰ ਫ੍ਰਿਜ 'ਚ ਰੱਖ ਦਈਏ, ਨਹੀਂ ਤਾਂ ਫ੍ਰਿਜ ਤੋਂ ਬਾਹਰ ਰੱਖਾਂਗੇ ਤਾਂ ਖਰਾਬ ਹੋ ਜਾਣਗੀਆਂ। ਪਰ ਹੁਣ ਸਬਜ਼ੀਆਂ 1 ਸਾਲ ਤੱਕ ਖਰਾਬ ਨਹੀਂ ਹੋ ਸਕਦੀਆਂ। ਅਸੀਂ ਲੁਧਿਆਣਾ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪੰਜਾਬ ਹਾਰਟੀਕਲਚਰ ਵਿਭਾਗ ਦੇ ਵਿੱਚ ਖੜੇ ਹਾਂ ਔਰ ਇੱਕ ਖੋਜ ਕੀਤੀ ਹੈ। ਮੇਰੇ ਨਾਲ ਡਾਕਟਰ ਸਵਾਤੀ ਨੇ। ਇਹ ਕਿਸ ਤਰ੍ਹਾਂ ਦੀਆਂ ਸਬਜ਼ੀਆਂ ਅਸੀਂ ਸੁਕਾ ਸਕਦੇ ਹਾਂ? ਮੈਂ ਕਰੇਲਾ ਸਾਹਮਣੇ ਦੇਖ ਰਿਹਾ, ਮੈਂ ਬਾਕੀ ਜਿਹੜੇ ਪੈਕਟ ਦੇਖੇ ਨੇ, ਚਾਹੇ ਉਹ ਗੋਭੀ ਹੈ ਚਾਹੇ ਮੇਥੀ ਹੈ, ਉਹਨਾਂ ਦੇ ਤੁਸੀਂ ਪੈਕਟ ਪਹਿਲੇ ਸੁਕਾ ਕੇ ਸਬਜ਼ੀ ਦੇ ਰੱਖੇ ਹੋਏ ਨੇ। ਕਿਸ ਤਰ੍ਹਾਂ ਦੀਆਂ ਸਬਜ਼ੀਆਂ ਆਪਾਂ ਇਸਤੇਮਾਲ ਕਰ ਸਕਦੇ ਹਾਂ ਜਿਹੜੀਆਂ 1 ਸਾਲ ਤੱਕ ਪੂਰੀ ਤਰ੍ਹਾਂ ਸੁਰੱਖਿਅਤ ਰਹਿਣ? ਮੈਂ ਕਹੂੰਗੀ ਕਿ ਤੁਸੀਂ ਘੱਟੋ ਘੱਟ 80% ਜਿਹੜੀ ਸਬਜ਼ੀਆਂ ਅਸੀਂ ਨਾਰਮਲ ਖਾਂਦੇ ਆ ਆਪਣੇ ਕਿਚਨ ਵਿੱਚ ਉਹਨਾਂ ਨੂੰ ਸੁਕਾ ਸਕਦੇ ਹੋ। ਤੁਸੀਂ ਗਾਜਰ ਸੁਕਾ ਸਕਦੇ ਹੋ, ਗੋਭੀ ਸੁਕਾ ਸਕਦੇ ਹੋ, ਮੇਥੀ ਸੁਕਾ ਸਕਦੇ ਹੋ, ਧਨੀਆ ਸੁਕਾ ਸਕਦੇ ਹੋ, ਸ਼ਿਮਲਾ ਮਿਰਚ ਵੀ ਸੁਕਾ ਸਕਦੇ ਹੋ, ਕਰੇਲਾ ਸੁਕਾ ਸਕਦੇ ਹੋ। ਤੇ ਇਹ ਇਹੋ ਜਿਹੀ ਬਥੇਰੀ ਸਬਜ਼ੀਆਂ ਨੇ ਜਿਨ੍ਹਾਂ ਨੂੰ ਤੁਸੀਂ ਸੀਜ਼ਨ ਵਿੱਚ ਸੁਕਾ ਕੇ ਆਫ ਸੀਜ਼ਨ ਵਿੱਚ ਯੂਜ਼ ਕਰ ਸਕਦੇ ਹੋ। ਜਿਵੇਂ ਤੁਸੀਂ ਦੇਖ ਰਹੇ ਹੋ ਸਾਡੇ ਸਾਹਮਣੇ ਕਰੇਲਾ ਹੈ, ਇਹਨੂੰ ਤਿਆਰ ਕਰਨ ਦੀ ਵਿਧੀ ਬਹੁਤ ਹੀ ਸਿੰਪਲ ਹੈ। ਕਰਨਾ ਕੀ ਹੈ, ਸਿਰਫ ਇਹਨਾਂ ਦਾ ਪਾਣੀ ਆਪਾਂ ਕੱਢਣਾ ਹੈ ਤੇ ਥੋੜੇ ਜਿਹੇ ਪ੍ਰੀ ਟ੍ਰੀਟਮੈਂਟਸ ਦੇਣੇ ਨੇ। ਜਿਵੇਂ ਕਿ ਕਰੇਲਾ ਨੂੰ ਕੱਟ ਕੇ ਇਹਦੇ ਵਿੱਚ ਅਸੀਂ ਮਸਲਿਨ ਕਲੌਥ, ਇਹਨੂੰ ਮਸਲਿਨ ਕਲੌਥ ਕਹਿੰਦੇ ਆਪਾਂ, ਜਾਂ ਮਲਮਲ ਦਾ ਕੱਪੜਾ ਤੁਸੀਂ ਕਹਿ ਲਓ, ਉਹਦੇ ਵਿੱਚ ਬੰਨ੍ਹ ਕੇ ਅਸੀਂ ਇਹਨੂੰ ਬਿਲਕੁਲ ਗਰਮ ਉਬਲਦੇ ਪਾਣੀ ਵਿੱਚ 2 ਮਿੰਟ ਲਈ ਰੱਖਦੇ ਹਾਂ। ਤੁਸੀਂ ਇਸ ਪਾਣੀ ਵਿੱਚ ਨੂਣ ਵੀ ਪਾ ਸਕਦੇ ਹੋ, 5% ਨੂਣ ਪਾ ਸਕਦੇ ਹੋ, ਉਹਦੇ ਨਾਲ ਥੋੜਾ ਫਲੇਵਰ ਆ ਜਾਂਦਾ ਹੈ, ਉਹ ਨੂਣ ਨਾਲ ਕਲਰ ਵੀ ਠੀਕ ਰਹਿੰਦਾ ਹੈ। ਹੁਣ ਤੁਸੀਂ ਕਹੋਗੇ ਕਿ ਅਸੀਂ ਇਹ ਕਿਉਂ ਕਰ ਰਹੇ ਹਾਂ? ਤਾਂ ਕਿ ਇਹਦਾ ਰੰਗ ਬਰਕਰਾਰ ਰਹੇ 8 ਜਾਂ 9 ਮਹੀਨੇ ਜਾਂ 1 ਸਾਲ ਤੱਕ। ਇਹ ਪ੍ਰੋਸੀਜਰ ਇਸ ਲਈ ਕਰਨਾ ਪੈਂਦਾ ਹੈ ਤਾਂ ਕਿ ਅਸੀਂ ਰੰਗ ਨੂੰ ਸੰਭਾਲ ਕੇ ਰੱਖ ਸਕੀਏ, ਤਾਂ ਹੀ ਤੁਹਾਨੂੰ ਵੈਜੀਟੇਬਲ ਚੰਗੀ ਲੱਗੇਗੀ ਜਦੋਂ ਤੁਸੀਂ ਖਾਣੀ ਹੈ। ਤੇ 2 ਮਿੰਟ ਇਹਦੇ ਵਿੱਚ ਡਿਪ ਕਰਨ ਤੋਂ ਬਾਅਦ ਤੁਸੀਂ ਇਹਨੂੰ ਕੱਢ ਲੈਣਾ ਤੇ ਨਾਲ ਦੇ ਨਾਲ ਤੁਸੀਂ ਠੰਡੇ ਪਾਣੀ ਵਿੱਚ ਇਹਨੂੰ ਪਾ ਦੇਣਾ। ਕਰੇਲੇ ਦੀ ਨਮੀ ਹੈਗੀ ਹੈ 90%, 87 ਤੋਂ 90% ਵਿੱਚ। ਆਪਾਂ ਕੀ ਕਰਨਾ ਡੀਹਾਈਡਰੇਸ਼ਨ ਵਿੱਚ ਇਹਦੀ ਨਮੀ ਨੂੰ ਘਟਾ ਕੇ 8% ਤੱਕ ਲੈ ਕੇ ਆਉਣਾ ਹੈ, 5 ਤੋਂ 8%। ਕਿਉਂਕਿ ਇਹਦੇ ਨਾਲ ਕੀ ਹੈ, ਫਿਰ ਜਿਹੜੇ ਕੀਟਾਣੂ ਹੈ ਜਿਹੜੇ ਖਰਾਬ ਕਰਦੇ ਆ ਸਬਜ਼ੀ ਨੂੰ, ਉਹਨਾਂ ਨੂੰ ਪਾਣੀ ਨਹੀਂ ਮਿਲਦਾ ਖਰਾਬ ਕਰਨ ਲਈ। ਅਸੀਂ ਸਿਰਫ ਪਾਣੀ ਘਟਾਉਣਾ ਹੈ, ਮਤਲਬ ਕਿ 85% ਤੋਂ ਲੈ ਕੇ ਆਪਾਂ 8 ਜਾਂ 5% ਤੱਕ ਲੈ ਕੇ ਆਉਣਾ। ਕੀਟਾਣੂਆਂ ਦੀ ਗੱਲ ਕੀਤੀ, ਇਹਦਾ ਮਤਲਬ ਹੈ ਕਿ ਅਗਰ ਜਿਹੜੀਆਂ ਸੁਕਾਈਆਂ ਸਬਜ਼ੀਆਂ ਨੇ ਉਹ ਸਿਹਤ ਲਈ ਵੀ ਚੰਗੀਆਂ ਨੇ? ਫਿਰ ਨਹੀਂ, ਸਿਹਤ ਵਾਸਤੇ ਤਾਂ ਦੇਖੋ ਵੈਸੇ ਹੀ ਸਬਜ਼ੀਆਂ ਚੰਗੀਆਂ ਨੇ। ਸੁਕਾਉਣ ਤੋਂ ਬਾਅਦ ਜਿਹੜਾ ਬਾਕੀ ਉਸ ਦੇ ਵਿੱਚ ਕੀਟਾਣੂ ਹੈ ਜਾਂ ਕੁਛ ਹੈ, ਉਹ ਕੀਟਾਣੂ ਤਾਂ ਦੇਖੋ, ਉਹ ਜਿਹੜੇ ਕੀਟਾਣੂ ਇਹਨੂੰ ਖਰਾਬ ਕਰਦੇ ਆ ਉਹ ਤਾਂ ਨਹੀਂ ਹੋਣਗੇ, ਕਿਉਂਕਿ ਉਹਨਾਂ ਨੂੰ ਨਮੀ ਚਾਹੀਦੀ ਹੈ ਗਰੋ ਕਰਨ ਵਾਸਤੇ। ਜਦੋਂ ਨਮੀ ਨਹੀਂ ਹੈਗੀ, ਤੁਸੀਂ ਸੁੱਕਾ ਕਰੇਲਾ ਦੇਖ ਸਕਦੇ ਹੋ ਇੱਧਰ, ਇਹਦੇ ਵਿੱਚ ਕੋਈ ਨਮੀ ਨਹੀਂ ਹੈਗੀ, 5% ਹੋਗੀ। ਤੇ ਇਹਦੇ ਵਿੱਚ ਸੁਕਾਉਣ ਤੋਂ ਬਾਅਦ ਫਿਰ ਇਹ ਇਸ ਤਰ੍ਹਾਂ ਦੀ ਫਾਰਮ ਆ ਜਾਂਦੀ ਹੈ। ਇਹ ਡੀਹਾਈਡਰੇਟਰ ਹੈ। ਜਿਵੇਂ ਤੁਸੀਂ ਦੇਖ ਸਕਦੇ ਹੋ, ਬਲਾਂਚਿੰਗ ਤੋਂ ਬਾਅਦ ਅਸੀਂ ਇਹ ਕਰੇਲੇ ਨੂੰ ਟਰੇਜ਼ ਵਿੱਚ ਵਿਛਾ ਦਿੰਦੇ ਹਾਂ, ਠੀਕ ਹੈ ਨਾ। ਜਿਵੇਂ ਇਹ ਬਲਾਂਚ ਕੀਤਾ ਹੋਇਆ ਤੁਹਾਡਾ ਕਰੇਲਾ ਹੈ, ਇਹਨੂੰ ਕੱਢ ਕੇ ਇਹਨੂੰ ਅਸੀਂ ਟਰੇਜ਼ 'ਚ ਵਿਛਾ ਦਿੰਦੇ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਤੁਸੀਂ ਇਹ ਟਰੇ ਨੂੰ ਡੀਹਾਈਡਰੇਟਰ ਵਿੱਚ ਲਾ ਦਿਓ ਅੰਦਰ, ਹੈ ਨਾ। ਟੈਂਪਰੇਚਰ ਸੈੱਟ ਕਰ ਦਿਓ, ਤੁਸੀਂ ਇਹਨੂੰ ਬੰਦ ਕਰੋ ਤੇ ਟੈਂਪਰੇਚਰ ਸੈੱਟ ਕਰ ਦਿਓ 60 ਡਿਗਰੀ ਸੈਂਟੀਗ੍ਰੇਡ ਤੇ ਤੁਹਾਡੀ ਇਹ ਸਬਜ਼ੀ ਘੱਟੋ ਘੱਟ 10 ਘੰਟੇ ਬਾਅਦ ਸੁੱਕਾ ਹੋਇਆ ਕਰੇਲਾ ਤੁਹਾਨੂੰ ਤਿਆਰ ਮਿਲੇਗਾ। ਇਸ ਤਰ੍ਹਾਂ ਕਿਹਾ। ਅੱਛਾ, ਸਾਰੀਆਂ ਸਬਜ਼ੀਆਂ ਦੀ ਜਿਹੜੀ ਇਸੇ ਤਰ੍ਹਾਂ, ਚਾਹੇ ਕਟਿੰਗ ਕਰਕੇ, ਚਾਹੇ ਗੋਭੀ ਹੈ ਚਾਹੇ ਮੇਥੀ ਹੈ,
ਆਲਮੋਸਟ ਤੁਹਾਨੂੰ ਕਹੂੰਗੀ ਪਿਆਜ਼ ਨੂੰ ਛੱਡ ਕੇ ਆਲਮੋਸਟ ਇਹੀ ਤਰੀਕਾ ਹੈ। ਪਿਆਜ਼ ਨੂੰ ਅਸੀਂ ਬਲਾਂਚ ਨਹੀਂ ਕਰਦੇ, ਜਿਵੇਂ ਉਬਲਦੇ ਪਾਣੀ 'ਚ ਅਸੀਂ ਪਾਇਆ, ਪਿਆਜ਼ ਨੂੰ ਅਸੀਂ ਨਹੀਂ ਪਾਉਂਦੇ ਕਿਉਂਕਿ ਪਿਆਜ਼ ਇਹੋ ਜਿਹੀ ਸਬਜ਼ੀ ਹੈ ਜਿਹਦੇ ਵਿੱਚ ਬਹੁਤ ਜ਼ਿਆਦਾ ਫਲੇਵਰ ਹੈ ਤੇ ਉਹਦਾ ਫਲੇਵਰ ਜ਼ਿਆਦਾ ਨਿਕਲ ਜਾਂਦਾ ਹੈ। ਉਹਨੂੰ ਅਸੀਂ ਠੰਡੇ ਪਾਣੀ 'ਚ ਹੀ ਭਿਉਂ ਕੇ ਰੱਖਦੇ ਹਾਂ, ਪਰ ਉਸ ਪਾਣੀ 'ਚ ਅਸੀਂ ਨੂਨ ਪਾ ਕੇ ਰੱਖਦੇ ਹਾਂ, 10% ਨੂਨ ਪਾ ਦਿੰਦੇ ਹਾਂ ਤੇ ਉਹਨੂੰ 45 ਮਿੰਟ ਬਾਅਦ ਅਸੀਂ ਕੱਢ ਕੇ ਇਦਾਂ ਹੀ ਡਰਾਇਰ ਵਿੱਚ ਲਗਾ ਕੇ ਸੁਕਾ ਲੈਂਦੇ ਹਾਂ। ਉਹਨੂੰ ਪਿਆਜ਼ ਨੂੰ ਘੱਟੋ ਘੱਟ 12 ਤੋਂ 16 ਘੰਟੇ ਲੱਗਦੇ ਆ ਕਿਉਂਕਿ ਉਹਦੇ ਵਿੱਚ ਥੋੜੀ ਜਿਹੀ ਸ਼ੂਗਰਸ ਜ਼ਿਆਦਾ ਹੁੰਦੀਆਂ। ਗੋਭੀ ਸਰਦੀਆਂ ਨੂੰ ਵੇਖੀ ਜਾਂਦੀ ਹੈ ਤੇ ਸਰਦੀਆਂ ਨੂੰ ਗੋਭੀ ਖਰੀਦ ਕੇ ਅਗਰ ਉਹਨਾਂ ਨੇ ਗਰਮੀਆਂ ਨੂੰ ਗੋਭੀ ਖਾਣੀ ਹੋਵੇ ਤਾਂ ਉਹ ਕਿੰਨੀ ਕੁ ਰੱਖ ਸਕਦੇ ਨੇ, ਕਿੰਨੀ ਕੁ ਤਿਆਰ ਹੋ ਸਕਦੀ ਘਰੇ? ਦੇਖਿਏ ਇਹਦਾ ਇੱਕ ਸਿੰਪਲ ਜਿਹਾ ਰੂਲ ਹੈਗਾ ਕਿ ਜੇ ਤੁਸੀਂ 1 ਕਿਲੋ ਸਬਜ਼ੀ ਲੈ ਰਹੇ ਹੋ ਤੇ ਉਹਦੇ ਪਿੱਛੋਂ 100 ਕੁ ਗ੍ਰਾਮ ਸਬਜ਼ੀ ਤੁਹਾਡੀ ਨਿਕਲੇਗੀ। ਇੱਕ ਥੰਬ ਰੂਲ ਆਪਾਂ ਡੀਹਾਈਡਰੇਸ਼ਨ ਵਿੱਚ ਮੰਨਦੇ ਆ ਤੇ 100 ਗ੍ਰਾਮ ਦੀ ਜਿਹੜੀ ਕੀਮਤ ਮਾਰਕੀਟ ਵਿੱਚ ਹੈਗੀ ਹੈ ਉਹ ਤੁਸੀਂ ਕੰਪੇਅਰ ਕਰੋ ਜਿਹੜੀ ਆਪਾਂ ਨਿਕਲਦੇ ਹੈ ਡਬਲ ਅਮਾਉਂਟ ਮਾਰਕੀਟ ਵਿੱਚ ਵੇਚੀ ਜਾ ਰਹੀ ਹੈ ਤੇ ਇਸ ਵਿੱਚ ਬਿਜ਼ਨਸ ਕਰਨ ਦਾ ਵੀ ਬਹੁਤ ਫਾਇਦਾ ਹੈ। ਮਤਲਬ ਮੈਂ ਅਗਰ 1 ਕਿਲੋ ਸਬਜ਼ੀ ਲੈਣਾ ਤਾਂ 100 ਗ੍ਰਾਮ 100 ਗ੍ਰਾਮ ਨਿਕਲੇਗੀ ਤੁਹਾਡੀ ਸਬਜ਼ੀ ਕਿਉਂਕਿ ਨਮੀ ਦੇਖੋ 90% ਨਮੀ ਹੈ, ਤੁਸੀਂ ਕੱਢਤੀ ਸਾਰੀ ਤੇ ਪਿੱਛੋਂ ਤੁਹਾਡੇ ਕੋਲ 100 ਗ੍ਰਾਮ ਹੀ ਬਚੇਗਾ ਮਟੀਰੀਅਲ। ਇਹ ਮਾਰਕੀਟ ਦੇ ਵਿੱਚ ਤਾਂ ਅਗਰ ਕੋਈ ਬਿਜ਼ਨਸ ਕਰਦਾ, ਅਗਰ ਕਿਸਾਨ ਹੈ ਤੇ ਕਾਫੀ ਮਹਿੰਗੀ ਕੋਸਟਲੀ ਹੋਏਗੀ। ਬਿਲਕੁਲ ਕਾਸਟਲੀ ਹੈ। ਤੁਸੀਂ ਜੇ ਮੈਂ ਫਲਾਂ ਦੀ ਗੱਲ ਕਰਾਂ, ਤੁਸੀਂ ਮਿਠਾਈ ਵਾਲੀ ਦੁਕਾਨ ਦੇ ਕੋਲ ਜਾਂਦੇ ਹੋ, ਉਹਨਾਂ ਨੇ ਅੱਜ ਕੱਲ੍ਹ ਸੁੱਕਾ ਹੋਇਆ ਪਾਈਨਐਪਲ, ਸੁੱਕੀ ਹੋਈ ਕੀਵੀ, ਸੁੱਕੇ ਹੋਏ ਨਾਸ਼ਪਤੀ, ਇਹ ਸਾਰੀ ਚੀਜ਼ਾਂ ਰੱਖਣੀਆਂ ਸ਼ੁਰੂ ਕਰਤੀਆਂ ਤੇ ਤੁਸੀਂ ਉਹਦੇ ਰੇਟ ਦੇਖੋ 1000 ਰੁਪਏ ਕਿਲੋ ਹੈ ਤੇ ਜੇ ਅਸੀਂ ਇਹਨਾਂ ਨੂੰ ਇੱਥੇ ਸੁਕਾਈਏ ਤਾਂ ਰੇਟ ਘੱਟੋ ਘੱਟ 400 ਰੁਪਏ ਮਿਲਦਾ ਹੈ ਤੇ ਦੇਖ ਲਓ 600 ਰੁਪਏ ਦਾ ਮੁਨਾਫਾ ਹੈਗਾ ਇਹਦੇ ਵਿੱਚ। ਚਲੋ ਇਹ ਸਬਜ਼ੀਆਂ ਦੀ ਤੁਸੀਂ ਗੱਲ ਕਰ ਰਹੇ ਹੋ, ਮੇਰੇ ਇੱਕ ਪਾਸੇ ਤੁਸੀਂ ਇਹ ਵੀ ਕੈਂਡੀ ਵੀ ਰੱਖੀ ਹੈ, ਇਹ ਜਿਹੜੇ ਨਾਸ਼ਪਤੀ ਹੈ ਜਾਂ ਇਹ ਹੈ, ਇਹਦੀ ਵੀ ਸੇਮ ਇਸੇ ਤਰ੍ਹਾਂ ਹੀ ਸਾਰਾ? ਨਹੀਂ ਦੇਖਿਏ ਇਹਦਾ ਬਸ ਇਹ ਹੈ, ਮਸ਼ੀਨ ਸੇਮ ਹੈ, ਡੀਹਾਈਡਰੇਟਰ ਸੇਮ ਹੈ, ਪਰ ਇਹਦਾ ਪ੍ਰੋਸੀਜਰ ਵੱਖਰਾ ਹੈ। ਇਹਦੇ ਵਿੱਚ ਆਪਾਂ ਕੀ ਕਰਦੇ ਹਾਂ, ਫਰੂਟ ਜਿਹੜਾ ਵੀ ਹੈਗਾ ਜਿਹਦੀ ਵੀ ਬਾਰ ਬਣਾਉਣੀ ਹੈ ਉਹਦਾ ਪਲਪ ਲੈਂਦੇ ਹਾਂ ਅਸੀਂ। ਪਲਪ ਵਿੱਚ ਚੀਨੀ ਪਾ ਕੇ ਥੋੜਾ ਜਿਹਾ ਉਹਨੂੰ ਕੰਸਨਟਰੇਟ ਕਰਦੇ ਹਾਂ ਗੈਸ ਤੇ, ਫਿਰ ਉਹਨੂੰ ਟਰੇਜ਼ ਵਿੱਚ ਅਸੀਂ ਵਿਛਾ ਦਿੰਦੇ ਹਾਂ। ਜਿਵੇਂ ਅਸੀਂ ਆਮ ਪਾਪੜ ਬਣਾਉਂਦੇ ਹਾਂ ਉੱਦਾਂ ਦਾ ਅਸੀਂ ਬਾਰ ਤਿਆਰ ਕਰਦੇ ਹਾਂ। ਭਾਵੇਂ ਕਿੰਨੂ ਦਾ ਹੋਵੇ, ਅਸੀਂ ਅੰਜੀਰ ਦਾ ਤਿਆਰ ਕੀਤਾ ਹੈ। ਇਹ ਅੰਜੀਰ ਦਾ ਵੀ ਕਿਉਂਕਿ ਕੁਝ ਫਾਰਮਰ ਬਠਿੰਡੇ ਦੇ ਸੀਗੇ ਜਿਨ੍ਹਾਂ ਨੂੰ ਪ੍ਰੋਬਲਮ ਸੀਗੀ ਕਿ ਅੰਜੀਰ ਦੀ ਉਹਨਾਂ ਦੀ ਖੇਤੀ ਵਿਕ ਨਹੀਂ ਸੀ ਰਹੀ, ਮਤਲਬ ਕਿ ਅੰਜੀਰ ਨਹੀਂ ਵਿਕ ਰਿਹਾ ਸੀ ਫਰੈਸ਼। ਫਿਰ ਅਸੀਂ ਉਹਨਾਂ ਨੂੰ ਪ੍ਰੋਸੈਸ ਕਰਵਾ ਕੇ ਜੈਮ ਵਿੱਚ, ਬਾਰ ਵਿੱਚ, ਇਦਾਂ ਦਾ ਕਰਵਾ ਕੇ ਉਹਨਾਂ ਨੇ ਹੁਣ ਆਪਣਾ ਬਿਜ਼ਨਸ ਸ਼ੁਰੂ ਕਰ ਲਿਆ ਐਂਡ ਉਹ ਬਹੁਤ ਵਧੀਆ ਕਰ ਰਹੇ ਨੇ ਉੱਥੇ ਦੇ ਫਾਰਮਰਸ। ਇਦਾਂ ਦੇ ਅਸੀਂ ਫਲਾਂ ਦੇ ਬਹੁਤ ਸਾਰੇ ਬਾਰ ਜਾਂ ਕੈਂਡੀਜ਼ ਤਿਆਰ ਕਰ ਸਕਦੇ ਹਾਂ, ਪਰ ਉਹਨਾਂ ਲਈ ਇੱਕ ਮਸ਼ੀਨ ਚਾਹੀਦੀ ਹੈ ਜਿਹੜੀ ਹੈ ਡੀਹਾਈਡਰੇਟਰ। ਤੇ ਉਹ ਡੀਹਾਈਡਰੇਟਰ ਇੱਕ ਵਾਰ ਤੁਸੀਂ ਲਓ, ਪਰ ਉਹਦੇ ਨਾਲੋਂ ਤੁਸੀਂ ਵੱਖ-ਵੱਖ ਤਰੀਕੇ ਦੇ ਚੀਜ਼ਾਂ ਤਿਆਰ ਕਰ ਸਕਦੇ ਹੋ। ਕਿਸਾਨ ਤੁਸੀਂ 2 ਸਾਲ ਹੋ ਗਏ ਤੁਹਾਨੂੰ ਇਹ ਖੋਜ ਕੀਤਿਆਂ, ਕਿਸਾਨ ਕਰ ਰਹੇ ਨੇ ਇਹ ਪੰਜਾਬ ਦੇ ਵਿੱਚ ਬਿਜ਼ਨਸ? ਆਪਣੇ ਕਿਸਾਨ ਜਿਹੜੇ ਹੈ ਹਲੇ ਮੈਂ ਇਹ ਕਹੂੰਗੀ ਕਿ ਉਹਨਾਂ ਨੇ ਟ੍ਰੇਨਿੰਗ ਜ਼ਰੂਰ ਲਿੱਤੀ ਹੈ, ਪਰ ਉਹ ਜ਼ਿਆਦਾ ਇੰਟਰਸਟਿਡ ਫਰੂਟ ਵਿੱਚ ਹੈਗੇ ਨੇ। ਜਿਵੇਂ ਤਰਨ ਤਾਰਨ ਤੋਂ ਜਿਹੜੇ ਕਿਸਾਨ ਸਾਡੇ ਕੋਲ ਆਏ ਸੀ ਉਹ ਨਾਖਾਂ ਦੀ ਟ੍ਰੇਨਿੰਗ ਲੈ ਕੇ ਗਏ ਤੇ ਉਹਨਾਂ ਨੇ ਕੈਂਡੀ ਤੇ ਬਾਰ ਦਾ ਕੰਮ ਸ਼ੁਰੂ ਕੀਤਾ। ਬਠਿੰਡੇ ਦੇ ਜਿਹੜੇ ਕਿਸਾਨ ਆਏ ਸੀ ਉਹਨਾਂ ਨੇ ਅੰਜੀਰ ਦਾ, ਬਾਰ ਦਾ ਤੇ ਜੈਮ ਦਾ ਕੰਮ ਸ਼ੁਰੂ ਕੀਤਾ ਤੇ ਹਲੇ ਸਬਜ਼ੀਆਂ ਵਿੱਚ ਉਹ ਹੌਲੀ ਹੌਲੀ ਆ ਰਹੇ ਨੇ, ਪਰ ਇਹ ਹਲੇ ਕਮਰਸ਼ੀਅਲ ਸਕੇਲ ਤੇ ਆਣਾ, ਮਤਲਬ ਕਿ ਇਹਦੇ ਵਿੱਚ ਬਹੁਤ ਜ਼ਿਆਦਾ ਸਕੋਪ ਹੈਗਾ ਹੈ ਜੇ ਕੋਈ ਕੰਪਨੀ ਇਹਨੂੰ ਲੈ ਕੇ ਅੱਗੇ ਫਾਰਵਰਡ ਕਰਨਾ ਚਾਹੁੰਦੀ ਹੈ। ਇੰਟਰਮੀਡੀਏਟ ਕ੍ਰੌਪ ਯੂਜ਼ ਹੋ ਸਕਦਾ ਕਿਉਂਕਿ ਹੋਟਲਾਂ ਵਿੱਚ ਤੁਹਾਨੂੰ ਪਤਾ ਹੈ ਕਿ ਸਾਰਾ ਸਾਲ ਸਾਨੂੰ ਰਿਕੁਆਇਰਮੈਂਟ ਰਹਿੰਦੀ ਹੈ, ਕੋਈ ਵੀ ਕਸਟਮਰ ਕਦੇ ਵੀ ਕੋਈ ਵੀ ਚੀਜ਼ ਮੰਗ ਸਕਦਾ ਹੈ। ਹੁਣ ਸਾਡੇ ਕੋਲ ਇਸ ਟਾਈਮ ਤੇ ਲਾਲ ਗਾਜਰ ਨਹੀਂ ਹੈਗੀ, ਉਹ ਸਿਰਫ ਸਰਦੀਆਂ 'ਚ ਹੁੰਦੀ ਹੈ, ਪਰ ਜੇ ਤੁਹਾਡੇ ਕੋਲ ਕੋਈ ਸੁੱਕੀ ਹੋਈ ਲਾਲ ਗਾਜਰ ਹੋਵੇ ਤਾਂ ਤੁਸੀਂ ਉਹਨੂੰ ਰੀਹਾਈਡਰੇਟ ਕਰਕੇ ਹਨਾ ਲਾਲ ਗਾਜਰ ਯੂਜ਼ ਕਰ ਸਕਦੇ ਹੋ, ਗਾਜਰ ਯੂਜ਼ ਕਰ ਸਕਦੇ ਹੋ। ਅਸੀਂ ਜਦੋਂ ਕਰੇਲਾ ਮਾਰਕੀਟ ਦੇ ਵਿੱਚੋਂ ਲੈਣ ਜਾਵਾਂਗੇ, ਜਿਵੇਂ ਤੁਸੀਂ ਕੱਟ ਰਹੇ ਹੋ ਕਰੇਲਾ, ਉਹ ਕਰੇਲਾ ਸਸਤਾ ਤੇ ਇਹਦੇ ਵਿੱਚ ਰੇਟ ਦਾ ਕਿੰਨਾ ਡਿਫਰੈਂਸ ਹੋਊਗਾ? ਦੇਖੀਏ ਇਹ ਜਿਹੜੀ ਸਬਜ਼ੀਆਂ ਨੇ ਇਹ ਆਫ ਸੀਜ਼ਨ ਵਾਸਤੇ ਨੇ, ਠੀਕ ਹੈ ਨਾ। ਹੁਣ ਕਰੇਲੇ ਦਾ ਜਦੋਂ ਮੌਸਮ ਆਏਗਾ ਅਸੀਂ 5 ਰੁਪਏ ਕਿਲੋ ਜਾਂ 10 ਰੁਪਏ ਕਿਲੋ ਲੈ ਕੇ ਇਹਨੂੰ ਸੁਕਾ ਲੈਣਾ। ਜਦੋਂ ਕਰੇਲਾ ਸਾਨੂੰ ਅਵੇਲੇਬਲ ਨਹੀਂ ਹੋਏਗਾ ਸਰਦੀਆਂ ਵਿੱਚ, ਉਦੋਂ ਤੁਸੀਂ ਰੇਟ ਦੇਖੋ ਕਰੇਲੇ ਦੇ ਕਿੰਨੇ ਜ਼ਿਆਦਾ ਹੋਣਗੇ ਤੇ ਸੁੱਕੀ ਸਬਜ਼ੀ ਦਾ ਰੇਟ ਦੇਖਿਓ ਤੁਸੀਂ, ਤੇ ਉਦੋਂ ਅਸੀਂ ਇਹ ਯੂਜ਼ ਕਰ ਸਕਦੇ ਹਾਂ ਸੁੱਕੀ ਸਬਜ਼ੀ ਦਾ। ਜਿਹੜਾ ਕਰੇਲਾ ਇਹ ਕਿੰਨੇ ਗ੍ਰਾਮ ਹੈ ਤੁਹਾਡੇ ਕੋਲ ਪੈਕਟ? 100 ਗ੍ਰਾਮ ਦਾ ਪੈਕੇਟ ਹੋਏਗਾ। ਕਿੰਨੇ ਦਾ ਹੋਊਗਾ ਇਹ 100 ਗ੍ਰਾਮ ਦਾ ਪੈਕੇਟ ਸਾਡੇ ਕੋਲ ਲਗਭਗ 150 ਰੁਪਏ। 150 ਰੁਪਏ ਲਾਗਤ ਮਤਲਬ ਕਿ ਮਾਰਕੀਟ ਵਿੱਚ ਮੈਂ ਕਹਿ ਰਹੀ ਹਾਂ ਤੁਹਾਨੂੰ, ਮਾਰਕੀਟ ਵਿੱਚ ਸਾਨੂੰ ਲਾਗਤ ਪੈਂਦੀ ਆ 50 ਜਾਂ 60 ਰੁਪਏ। ਉਹਦਾ ਘਰ ਦੇ ਵਿੱਚ ਵੀ ਇਹ ਬਿਜ਼ਨਸ ਕਰ ਸਕਦੀ ਹੈ? ਬਿਲਕੁਲ ਜੀ ਬਿਲਕੁਲ, ਇੱਕ ਡੀਹਾਈਡਰੇਟਰ ਦੀ ਲੋੜ ਹੈ ਸਿਰਫ, ਬਾਕੀ ਜਿਹੜਾ ਕਟਾਈ ਦਾ ਕੰਮ ਹੈ ਉਹ ਤਾਂ ਸਾਰਾ ਮੈਨੂਅਲੀ ਹੈਗਾ। ਤੁਸੀਂ ਕਟਰ ਵੀ ਲੈ ਸਕਦੇ ਹੋ। ਧੁੱਪ ਤੋਂ ਕਿੰਨਾ ਕੁ ਟਾਈਮ ਲੱਗੇਗਾ ਜੀ ਸੂਰਜੀ ਧੁੱਪ ਵਿੱਚ ਟਾਈਮ ਜ਼ਿਆਦਾ ਲੱਗੇਗਾ, ਮੈਂ ਕਹੂੰਗੀ ਜੇ ਤਾਂ ਚੰਗੀ ਧੁੱਪ ਹੈ ਤਾਂ ਤੁਹਾਨੂੰ 2 ਦਿਨ ਵੀ ਲੱਗਣਗੇ। ਹੁਣ ਸੂਰਜੀ ਧੁੱਪ ਦਾ ਇਹ ਹੈ ਕਿ ਹੁਣ ਸ਼ਾਮ, ਜਿਵੇਂ ਹੁਣ ਤੁਸੀਂ ਦੇਖ ਰਹੇ ਹੋ ਮੌਸਮ ਬੱਦਲ ਆ ਗਏ ਹਨਾ, ਇਹਨੂੰ ਨਹੀਂ ਮਿਲੀ ਸੂਰਜੀ ਊਰਜਾ ਤਾਂ ਫੰਗਸ ਆਉਣ ਦੇ ਚਾਂਸਸ ਹੋ ਜਾਂਦੇ ਹੈ। ਸਾਨੂੰ ਬਿਲਕੁਲ ਇੱਕ ਸਮਾਨ ਦਾ ਟੈਂਪਰੇਚਰ ਚਾਹੀਦਾ ਹੁੰਦਾ ਹੈ ਜੇ ਸਾਨੂੰ ਕੁਆਲਿਟੀ ਪ੍ਰੋਡਕਟ ਚਾਹੀਦਾ ਹੈ।
ਜੇ ਤਾਂ ਤੁਹਾਨੂੰ ਨਹੀਂ ਕੁਆਲਿਟੀ ਪ੍ਰੋਡਕਟ ਮਿਲਦਾ, ਸੂਰਜੀ ਊਰਜਾ ਨਾਲ ਇਹ ਪ੍ਰੋਬਲਮ ਆਉਂਦੀ ਹੈ ਕਿ ਸਾਨੂੰ ਕੁਆਲਿਟੀ ਪ੍ਰੋਡਕਟ ਨਹੀਂ ਮਿਲਦਾ। ਇਸ ਕਰਕੇ ਅਸੀਂ ਖੋਜ ਕਰ ਸਕਦੇ ਹਾਂ ਹਾਈਬ੍ਰਿਡ ਸੋਲਰ ਡਰਾਇਰ ਦੀ। ਹਾਈਬ੍ਰਿਡ ਮਤਲਬ ਕਿ ਜਦੋਂ ਤੱਕ ਸੂਰਜ ਦੀ ਊਰਜਾ ਹੈਗੀ ਹੈ ਉਦੋਂ ਤੱਕ ਆਪਾਂ ਉਹਦਾ ਯੂਜ਼ ਕਰੀਏ, ਉਸ ਤੋਂ ਬਾਅਦ ਆਪਾਂ ਇਲੈਕਟ੍ਰਿਸਿਟੀ ਨਾਲ ਯੂਜ਼ ਕਰ ਸਕਦੇ ਹਾਂ। ਇਹਦੇ ਨਾਲ ਆਪਣਾ ਇਲੈਕਟ੍ਰਿਸਿਟੀ ਕਾਸਟ ਬਚ ਸਕਦਾ। ਅਗਰ ਔਰਤਾਂ ਘਰ ਦੇ ਵਿੱਚ ਸੂਰਜ ਦੀ ਰੋਸ਼ਨੀ ਦੇ ਨਾਲ ਵੀ ਤੁਸੀਂ ਕਿਹਾ ਕਿ ਉਹਦੇ 'ਤੇ ਟਾਈਮ ਲੱਗੂਗਾ, ਤੇ ਉਹ ਕਿਵੇਂ ਤੁਹਾਨੂੰ ਕੰਟੈਕਟ ਕਰਨ? ਜੀ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਇੱਥੇ ਹੈਗਾ ਪੰਜਾਬ ਹਾਰਟੀਕਲਚਰ ਪੋਸਟ ਹਾਰਵੈਸਟ ਟੈਕਨੋਲੋਜੀ ਸੈਂਟਰ, ਤੁਸੀਂ ਇੱਥੇ ਸਾਨੂੰ ਸੰਪਰਕ ਕਰ ਸਕਦੇ ਹੋ। ਤੁਸੀਂ ਟ੍ਰੇਨਿੰਗ ਲੈਣੀ ਹੈ, ਤੁਸੀਂ ਇੱਧਰ ਆ ਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਅਸੀਂ ਟ੍ਰੇਨਿੰਗ ਦਿੰਦੇ ਹਾਂ ਕਿਸਾਨਾਂ ਨੂੰ ਪੇਬਲ ਬੇਸਿਸ ਤੇ ਪਲੱਸ ਉਹਨਾਂ ਨੂੰ ਅਸੀਂ ਹੈਲਪ ਵੀ ਕਰਦੇ ਹਾਂ ਪੂਰੇ ਦੌਰਾਨ। ਜਦੋਂ ਉਹ ਘਰ ਜਾਂਦੇ ਆ, ਉਹਨਾਂ ਨੂੰ ਫਿਰ ਕੋਈ ਪ੍ਰੋਬਲਮ ਆਉਂਦੀ ਹੈ, ਉਦੋਂ ਵੀ ਅਸੀਂ ਇਹਨਾਂ ਦੀ ਹੈਲਪ ਕਰਦੇ ਹਾਂ ਪੂਰੀ, ਤਾਂ ਕਿ ਪੂਰੀ ਵਿਧੀ ਇਹਨਾਂ ਨੂੰ ਸਮਝ ਵਿੱਚ ਆਏ। ਤੇ ਅਸੀਂ ਇਹ ਮੈਸੇਜ ਦੇਣਾ ਚਾਹਾਂਗੇ ਕਿ ਬਹੁਤ ਸਿੰਪਲ ਟੈਕਨੋਲੋਜੀ ਹੈ। ਜੇ ਕੋਈ ਵੀ ਕਿਸਾਨ ਅੱਗੇ ਆਉਣਾ ਚਾਹੁੰਦਾ ਹੈ ਇਸ ਟੈਕਨੋਲੋਜੀ ਵਿੱਚ, ਤਾਂ ਇਹ ਸਾਡੇ ਨੂੰ ਜ਼ਰੂਰ ਕੰਟੈਕਟ ਕਰਨ। phptc@pau.edu ਸਾਡੀ ਈਮੇਲ ਆਈਡੀ ਹੈ, ਉੱਥੇ ਵੀ ਤੁਸੀਂ ਮੇਲ ਪਾ ਸਕਦੇ ਟ੍ਰੇਨਿੰਗ ਦੀ ਕੋਈ ਫੀਸ ਹੈ? ਹਾਂਜੀ, ਫੀਸ ਹੈਗੀ ਹੈ ਆਪਣੀ ਕਿਸਾਨਾਂ ਵਾਸਤੇ 1000 ਰੁਪਇਆ ਹੈਗੀ ਹੈ ਇੱਕ ਦਿਨ ਦੀ, ਇੱਕ ਬੰਦੇ ਲਈ। ਤੇ ਜਿਹੜੇ ਅਗਰ ਘਰੇਲੂ ਉਹਨਾਂ ਦੇ 2000 ਰੁਪਏ ਇੱਕ ਬੰਦੇ ਦੀ ਇੱਕ ਦਿਨ ਵਾਸਤੇ। ਪਰ ਅਸੀਂ ਇੱਕ ਦਿਨ ਵਾਸਤੇ ਉਹਨਾਂ ਨੂੰ ਇੱਕ ਦਿਨ ਵਾਸਤੇ ਦੋ? ਹਾਂਜੀ, ਇੱਕ ਦਿਨ ਵਾਸਤੇ ਆਪਾਂ 2-3 ਚੀਜ਼ਾਂ ਉਹਨਾਂ ਨੂੰ ਸਿਖਾ ਦਿੰਦੇ ਹਾਂ ਜਿਹੜੇ, ਤਾਂ ਕਿ ਉਹ ਸੈਲਫ ਸਫੀਸ਼ੀਐਂਟ ਹੋ ਸਕੇ। ਇੱਕ ਦਿਨ ਦੇ ਵਿੱਚ ਹੀ ਟ੍ਰੇਨਿੰਗ ਪੂਰੀ ਹੋ ਜਾਏਗੀ? ਹਾਂਜੀ ਹਾਂਜੀ, ਇੱਕ ਦਿਨ ਵਾਸਤੇ, ਇੱਕ ਦਿਨ ਬਾਅਦ। ਇੱਕ ਦਿਨ ਦੇ ਇੱਥੇ ਟ੍ਰੇਨਿੰਗ ਲੈਣੀ ਪਏਗੀ, ਔਰ ਉਸ ਦੀ ਫੀਸ ਵੀ ਡਾਕਟਰ ਸਵਾਤੀ ਨੇ ਦੱਸੀ ਹੈ। ਅਸੀਂ ਹੋਰ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਾਲ ਜੁੜੀਆਂ ਖੋਜਾਂ ਨੇ, ਉਹਨਾਂ ਨੂੰ ਲੈ ਕੇ ਤੁਹਾਡੇ ਸਾਹਮਣੇ ਫਿਰ ਹਾਜ਼ਰ ਹੋਵਾਂਗੇ। ਮੇਰੇ ਕੈਮਰਾਮੈਨ ਗੁਰਦੇਵ ਅਤੇ ਮੈਨੂੰ ਨਵੀਨ ਸ਼ਰਮਾ ਨੂੰ ਇਹਨਾਂ ਤਸਵੀਰਾਂ ਦੇ ਨਾਲ ਹੀ ਤੁਹਾਨੂੰ ਛੱਡ ਕੇ ਜਾ ਰਿਹਾ। ਇਜਾਜ਼ਤ ਦਿਓ।